ਅੱਜ ਅਸੀਂ ਅਭਿਆਸ 3.3 ਦਾ ਜਿਹੜੇ ਕੁਐਸਚਨਸ ਹੈਗੇ ਉਹ ਡਿਸਕਸ ਕਰ ਰਹੇ ਹਾਂ। ਤਾਂ ਸਾਡੇ ਕੋਲ ਫਸਟ ਕੁਐਸਚਨ ਦਿੱਤਾ ਹੋਇਆ ਹੈ ਜੀ ABCD ਇੱਕ ਸਮਾਂਤਰ ਚਤੁਰਭੁਜ ਹੈ, ਜਿਵੇਂ ਕਿ ਫਿਗਰ ਵੀ ਤੁਸੀਂ ਦੇਖ ਸਕਦੇ ਹੋ। ਤਾਂ ਉਹਨਾਂ ਨੇ ਕਿਹਾ ਹੈ ਕਿ ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣਾਂ ਦੁਆਰਾ ਪੂਰਾ ਕਰੋ। ਕਹਿਣ ਤੋਂ ਭਾਵ ਇੱਥੇ ਕੁਝ ਫਿਲਪਸ ਸਾਨੂੰ ਦਿੱਤੇ ਹੋਏ ਹੈ, ਅਸੀਂ ਉਹ ਫਿਲਪਸ ਜਿਹੜੇ ਉਹ ਭਰਨੇ ਹਨ। ਤੇ ਉਹਨੂੰ ਭਰਨ ਤੋਂ ਕਿਵੇਂ ਭਰ ਸਕਦੇ ਹਾਂ ਇਸ ਪੈਰਲੋਗ੍ਰਾਮ ਦੀ, ਜਿਵੇਂ ਆ ਭੁਜਾਵਾਂ ਦਿੱਤੀਆਂ, ਕਿਤੇ ਐਂਗਲ ਦਿੱਤੇ ਹੈ, ਕਿਤੇ ਸਾਈਡਸ ਦਿੱਤੀਆਂ, ਤਾਂ ਉਹਨਾਂ ਦੇ ਇਕੁਅਲ ਜਿਹੜੀ ਉਹ ਕਿਹੜੀ ਸਾਈਡ ਬਣੇਗੀ। ਇਹ ਕੁਐਸਚਨ ਦੇ ਵਿੱਚ ਫਿਲਪਸ ਕਰਨ ਲਈ ਸਾਨੂੰ ਪੈਰਲੋਗ੍ਰਾਮ ਦੀਆਂ ਸਮਾਂਤਰ ਚਤੁਰਭੁਜ ਦੀਆਂ ਪ੍ਰੋਪਰਟੀਜ਼ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ। ਤਾਂ ਅਸੀਂ ਉਹ ਡਿਸਕਸ ਕਰ ਲੈਂਦੇ ਹਾਂ। ਇੱਥੇ ਮੈਂ ਕੁਝ ਪ੍ਰੋਪਰਟੀਜ਼ ਲਿਖੀਆਂ ਹੋਈਆਂ। ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਜਿਹੜਾ ਹੁੰਦਾ ਹਰੇਕ ਜੋੜਾ ਸਮਾਨ ਅੰਤਰ ਹੁੰਦਾ ਹੈ। ਤਾਂ ਅਸੀਂ ਇੱਥੇ ਇੱਕ ਸਮਾਂਤਰ ਚਤੁਰਭੁਜ ਲੈਂਦੇ ਹਾਂ। ਹੁਣ ਅਸੀਂ ਦੇਖ ਸਕਦੇ ਹਾਂ ਕਿ ਇੱਥੇ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਹਰੇਕ ਜੋੜਾ ਸਮਾਨ ਅੰਤਰ। ਸਨਮੁਖ ਭੁਜਾਵਾਂ ਮਤਲਬ ਕਿ ਜਿਵੇਂ ਆਹ ਭੁਜਾ ਹੈ ਤਾਂ ਇਹਦੇ ਸਨਮੁਖ ਜਿਹੜੀ ਉਹ ਹੇਠਾਂ ਵਾਲੀ ਭੁਜਾ, ਉੱਪਰਲੀ ਦੇ ਸਨਮੁਖ ਹੇਠਾਂ ਵਾਲੀ ਭੁਜਾ ਹੈ, ਤੇ ਜਿਹੜੀ ਆ ਸਾਈਡ ਵਾਲੀ ਹੈ ਇਹਦੇ ਸਨਮੁਖ ਹੈ ਆਹ ਵਾਲੀ ਭੁਜਾ। ਤਾਂ ਅਪੋਜ਼ਿਟ ਜਿਹੜੀਆਂ ਸਾਈਡਸ ਹੈ, ਇੰਗਲਿਸ਼ 'ਚ ਕਹਾਂਗੇ ਕਿ ਅਪੋਜ਼ਿਟ ਸਾਈਡਸ ਜਿਹੜੀਆਂ ਨੇ ਉਹ ਕੀ ਹੈਗੀਆਂ, ਪੈਰਲਲ ਨੇ। ਪੈਰਲਲ ਲਾਈਨਸ ਕਿਹੜੀਆਂ ਹੁੰਦੀਆਂ ਨੇ, ਤੁਸੀਂ ਛੋਟੀਆਂ ਕਲਾਸਾਂ 'ਚ ਵੀ ਕੀਤਾ ਹੈ ਕਿ ਜੇ ਇਹਨਾਂ ਲਾਈਨਾਂ ਨੂੰ ਅਸੀਂ ਅੱਗੇ ਵਧਾਈਏ ਤਾਂ ਇਹਨਾਂ ਦਾ ਜਿਹੜਾ ਡਿਸਟੈਂਸ ਹੈ ਉਹ ਬਰਾਬਰ ਰਹਿੰਦਾ, ਇਕੁਅਲ ਰਹਿੰਦਾ, ਕਦੀ ਵੀ ਘਟਦਾ ਨਹੀਂ ਹੈ ਤੇ ਨਾ ਹੀ ਇਹ ਕਦੀ ਆਪਸ 'ਚ ਮਿਲਦੀਆਂ ਹਨ। ਸੋ ਆਹ ਜਿਹੜੀਆਂ ਭੁਜਾਵਾਂ ਹਨ ਉੱਪਰ ਵਾਲੀ ਹੇਠਾਂ ਵਾਲੀ ਦੇ ਜਿਹੜੀ ਪੈਰਲਲ ਹੈ ਸਮਾਨ ਅੰਤਰ ਹੈ, ਤੇ ਜਿਹੜੀਆਂ ਸਾਈਡ ਵਾਲੀਆਂ ਨੇ ਇੱਕ ਦੂਸਰੇ ਦੇ ਸਮਾਨ ਅੰਤਰ ਹਨ। ਸਨਮੁਖ ਜਿਹੜੀਆਂ ਸਮਾਨ ਅੰਤਰ ਭੁਜਾਵਾਂ ਹਨ। ਇਸ ਲਈ ਇਹ ਫਸਟ ਪੁਆਇੰਟ ਜਿਹੜਾ ਇਹ ਤੁਸੀਂ ਆਪਣੇ ਮਾਈਂਡ ਵਿੱਚ ਰੱਖਣਾ ਹੈ ਕਿ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਹਰੇਕ ਜੋੜਾ ਸਮਾਨ ਅੰਤਰ ਹੁੰਦਾ, ਕਦੀ ਵੀ ਮਿਲਦਾ ਨਹੀਂ ਗਾ, ਪੈਰਲਲ ਹੁੰਦਾ ਹੈਗਾ। ਸੈਕਿੰਡ ਜਿਹੜਾ ਸਾਡੇ ਕੋਲ ਹੈਗਾ ਪੁਆਇੰਟ, ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ, ਇਕੁਅਲ ਨੇ ਸਨਮੁਖ ਭੁਜਾਵਾਂ। ਆਹ ਭੁਜਾ ਦੇ ਉੱਪਰ ਵਾਲੀ ਦੇ ਜੇ ਆਹ 3 ਸੈਂਟੀਮੀਟਰ ਹੈ ਤਾਂ ਆਹ ਵੀ 3 ਸੈਂਟੀਮੀਟਰ ਹੋਏਗੀ। ਜੇ ਆਹ 2 ਸੈਂਟੀਮੀਟਰ ਹੈ ਤਾਂ ਆਹ ਜਿਹੜੀ ਇਹਦੇ ਸਨਮੁਖ ਹੈ ਬਿਲਕੁਲ ਸਾਹਮਣੇ ਹੈ ਉਹ ਵੀ 2 ਸੈਂਟੀਮੀਟਰ ਹੋਏਗੀ। ਇਹ ਇਸ ਦਾ ਸੈਕਿੰਡ ਜਿਹੜੀ ਪ੍ਰੋਪਰਟੀ ਹੈਗੀ ਹੈ ਕਿ ਸਨਮੁਖ ਭੁਜਾਵਾਂ ਜਿਹੜੀਆਂ ਅਪੋਜ਼ਿਟ ਸਾਈਡਸ ਨੇ ਉਹ ਇਕੁਅਲ ਹੁੰਦੀਆਂ ਨੇ, ਪੈਰਲਲ ਵੀ ਹੁੰਦੀਆਂ ਨੇ। ਫਸਟ ਪੁਆਇੰਟ ਸੀ ਪੈਰਲਲ ਹੁੰਦੀਆਂ ਨੇ, ਸੈਕਿੰਡ ਨੇ ਇਕੁਅਲ ਹੁੰਦੀਆਂ ਨੇ। ਤਾਂ ਅਸੀਂ ਯਾਦ ਰੱਖਣਾ ਹੈ। ਥਰਡ ਹੈਗਾ ਸਨਮੁਖ ਕੋਣ ਬਰਾਬਰ ਹੁੰਦੇ ਨੇ। ਤਾਂ ਇਹਨੂੰ ਕਰਨ ਲਈ ਅਸੀਂ ਇਹਨੂੰ ਥੋੜ੍ਹਾ ਨਾਮ ਦੇ ਲੈਂਦੇ ਹਾਂ। ਜਿਵੇਂ ਅਸੀਂ ਦੇ ਲਿਆ ਜੀ ABC ਤੇ D। ਹੁਣ ਇੱਥੇ ਸਨਮੁਖ ਕੋਣਾਂ ਦੀ ਗੱਲ ਕੀਤੀ ਜਾਵੇ ਤਾਂ ਸਨਮੁਖ ਕੋਣ ਬਰਾਬਰ ਹੁੰਦੇ ਨੇ। ਹੁਣ ਅਸੀਂ ਦੇਖ ਸਕਦੇ ਹਾਂ ਕਿ A ਕੋਣ ਦੇ ਸਾਹਮਣੇ ਵਾਲਾ ਕੋਣ ਜਿਹੜਾ C ਕੋਣ ਹੈ, ਤਾਂ ਅਸੀਂ ਇੱਥੇ ਲਿਖ ਸਕਦੇ ਕਿ ਸਨਮੁਖ ਕੋਣ ਕਿਹੜੇ ਬਣਦੇ ਆ, ਕੋਣ A ਇਕੁਅਲ ਟੂ ਕੋਣ C। ਇਸੇ ਤਰ੍ਹਾਂ ਜਿਹੜਾ ਕੋਣ B ਹੈਗਾ, ਐਂਗਲ B ਹੈਗਾ ਉਹਦੇ ਜਿਹੜਾ ਸਨਮੁਖ ਕੋਣ ਹੈ ਉਹ ਬਣਦਾ ਹੈ ਜੀ ਐਂਗਲ D। ਤਾਂ ਅਸੀਂ ਲਿਖਾਂਗੇ ਐਂਗਲ B ਇਕੁਅਲ ਟੂ ਐਂਗਲ D। ਸਨਮੁਖ ਜਿਹੜੇ ਕੋਣ ਨੇ, ਅਪੋਜ਼ਿਟ ਐਂਗਲਸ ਨੇ ਉਹ ਇਕੁਅਲ ਹੁੰਦੇ ਨੇ ਇੱਕ ਪੈਰਲੋਗ੍ਰਾਮ ਦੇ। ਇਹ ਇਸ ਦੀ ਥਰਡ ਪ੍ਰੋਪਰਟੀ ਅਸੀਂ ਯਾਦ ਰੱਖਣੀ ਹੈ। ਫੋਰਥ ਹੈਗਾ ਵਿਕਰਨਾਂ ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੀਆਂ ਹਨ। ਤਾਂ ਵਿਕਰਨਾਂ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਅਸੀਂ ਇਸ ਦੀਆਂ ਸਨਮੁਖ ਜਿਹੜੇ ਵਰਟਿਸਿਸ ਹੈਗੇ ਆ, ਵਰਟੈਕਸ ਹੈਗੇ ਆ, ਉਹਨਾਂ ਨੂੰ ਜੇ ਮਿਲਾ ਦਈਏ ਤਾਂ ਵਿਕਰਨਾਂ ਬਣ ਜਾਂਦੀਆਂ ਸਾਡੇ ਕੋਲੇ। ਇਹ ਜਿਹੜਾ ਪੁਆਇੰਟ ਹੈ ਉਸਨੂੰ ਜੇ ਅਸੀਂ C ਨਾਲ ਮਿਲਾ ਦਈਏ ਤਾਂ ਸਾਡੇ ਕੋਲੇ ਇੱਥੇ 2 ਵਿਕਰਨਾਂ ਜਿਹੜੀਆਂ ਆ ਜਾਂਦੀਆਂ ਨੇ। ਤਾਂ ਉਹਨਾਂ ਨੇ ਕਿਹਾ ਵਿਕਰਨਾਂ ਇੱਕ ਦੂਸਰੇ ਨੂੰ ਸਮਦੋਭਾਜਿਤ ਕਰਦੀਆਂ ਨੇ, ਜਿਸ ਨੂੰ ਅਸੀਂ ਵਿਕਰਨਾਂ ਨੂੰ ਇੰਗਲਿਸ਼ 'ਚ ਡਾਇਗਨਲਸ ਕਹਿੰਦੇ ਹਾਂ। ਡਾਇਗਨਲ ਬਾਇਸੈਕਟ ਈਚ ਅਦਰ। ਬਾਇਸੈਕਟ ਈਚ ਅਦਰ ਦਾ ਮਤਲਬ ਹੈ ਕਿ ਜਿਸ ਪੁਆਇੰਟ ਦੇ ਉੱਤੇ ਉਹ ਡਾਇਗਨਲਸ ਮੀਟ ਕਰਨਗੇ ਉਹ ਉਹਨਾਂ ਨੂੰ ਬਰਾਬਰ ਭਾਗਾਂ ਵਿੱਚ ਵੰਡ ਰਿਹਾ ਹੈ। ਕਹਿਣ ਤੋਂ ਭਾਵ ਕਿ ਜੇ ਅਸੀਂ AC ਦੀ ਗੱਲ ਕਰੀਏ, AC ਵਿਕਰਨ ਦੀ, ਤਾਂ AC ਵਿਕਰਨ ਹੈ ਜਿਹੜੀ ਉਹ
ओ पॉइंट ते मीट कर रही हैं तां AO इक्वल टू OC ਜਿਹੜੇ ਡਾਇਗਨਲਸ ਨੇ ਉਹ ਬਾਈਸੈਕਟ ਵੀ ਕਰ ਰਹੇ ਨੇ, ਇੱਕ ਦੂਸਰੇ ਨੂੰ ਕੱਟ ਵੀ ਰਹੇ ਨੇ ਤੇ ਬਰਾਬਰ ਭਾਗਾਂ ਵਿੱਚ ਵੀ ਵੰਡ ਰਹੇ ਨੇ ਤੇ AO ਇਕੁਅਲ ਟੂ OC ਹੈ। ਇਸੇ ਤਰ੍ਹਾਂ ਜਿਹੜੀ ਦੂਸਰੀ ਵਿਕਰਨ ਹੈ ਉਹ ਹੈਗੀ ਹੈ BO ਇਕੁਅਲ ਟੂ OD। ਤਾਂ ਇਹ ਪੁਆਇੰਟ ਵੀ ਅਸੀਂ ਯਾਦ ਰੱਖਣਾ ਹੈ ਕਿ ਡਾਇਗਨਲ ਬਾਈਸੈਕਟ ਈਚ ਅਦਰ। ਅਗਲਾ ਸਾਡੇ ਕੋਲ ਹੈਗਾ ਹੈ ਪੁਆਇੰਟ ਸਮਾਂਤਰ ਚਤੁਰਭੁਜ ਦੇ ਲਾਗਵੇਂ ਕੋਣ ਸੰਪੂਰਕ ਹੁੰਦੇ ਨੇ। ਸੰਪੂਰਕ ਇੰਗਲਿਸ਼ 'ਚ ਕਿਹਾ ਜਾਂਦਾ ਸਪਲੀਮੈਂਟਰੀ। ਐਡਜਸਟੈਂਟ ਐਂਗਲਸ ਆਰ ਸਪਲੀਮੈਂਟਰੀ। ਐਡਜਸਟੈਂਟ ਐਂਗਲਸ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਜਿਸ ਕੋਣਾਂ ਦੀ ਜਿਹੜੀ ਇੱਕ ਭੁਜਾ ਹੈ ਕਾਮਨ ਹੋਵੇ, ਜਿਵੇਂ ਕਿ ਐਂਗਲ D ਤੇ ਐਂਗਲ C ਦੀ ਜਿਹੜੀ ਆ ਭੁਜਾ ਹੈ ਇੱਕ ਕਾਮਨ ਹੈ। ਤਾਂ ਐਂਗਲ D ਤੇ ਐਂਗਲ C ਦਾ ਜਿਹੜਾ ਸਮ ਹੈ ਐਡਜਸਟੈਂਟ ਐਂਗਲਸ ਅਸੀਂ ਦੇਖ ਲੈਂਦੇ ਹਾਂ। ਐਂਗਲ D ਪਲਸ ਐਂਗਲ C ਸੰਪੂਰਕ ਤੋਂ ਭਾਵ ਹੈ ਕਿ ਉਹਨਾਂ ਦਾ ਸਮ ਹੈ ਜਿਹੜਾ ਉਹ 180 ਹੋਵੇ। ਸਪਲੀਮੈਂਟਰੀ 180 ਡਿਗਰੀ 180 ਡਿਗਰੀ। ਇਸੇ ਤਰ੍ਹਾਂ AD ਦੇ ਜਿਹੜੀ ਹੈਗੀ ਹੈ ਸੰਪੂਰਕ ਹੈ, A ਤੇ D ਹੈ ਜਿਹੜੇ ਉਹ ਐਡਜਸਟੈਂਟ ਹੈ, ਜਿਹੜਾ ਕਾਮਨ ਉਹਨਾਂ ਦੀ ਭੁਜਾ ਇੱਕ ਹੈ। ਤਾਂ A ਤੇ D ਜਿਹੜੇ ਹੈਗੇ ਉਹ ਵੀ ਐਡਜਸਟੈਂਟ ਐਂਗਲਸ ਬਣਦੇ ਤੇ ਇਹਨਾਂ ਦਾ ਜਿਹੜਾ ਸਮ ਹੈ ਇਹਨਾਂ ਦਾ ਉਹ ਬਣੇਗਾ 180 ਡਿਗਰੀ। ਇਸੇ ਤਰ੍ਹਾਂ ਐਂਗਲ A ਦੇ ਐਡਜਸਟੈਂਟ ਹੈਗੀ, ਐਂਗਲ B ਵੀ ਇਹਦੇ ਬਣ ਰਿਹਾ। ਤਾਂ ਇੱਥੇ ਕਈ ਪੇਅਰਸ ਹੈ ਜਿਹੜੇ ਬਣਦੇ ਇਹਨਾਂ ਦੇ ਐਡਜਸਟੈਂਟ ਐਂਗਲਸ ਦੇ। A ਪਲਸ B ਇਹਨਾਂ ਦਾ ਸਮ ਵੀ ਜਿਹੜਾ ਹੈਗਾ ਉਹ 180 ਡਿਗਰੀ ਬਣਦਾ ਹੈ, ਕਿਉਂਕਿ ਇਹਨਾਂ ਦੋਵਾਂ ਦੀ ਇੱਕ ਭੁਜਾ ਜਿਹੜੀ ਸਾਂਝੀ ਹੈ ਐਂਗਲ A ਤੇ ਐਂਗਲ B ਦੀ। ਇਸੇ ਤਰ੍ਹਾਂ ਹੁਣ ਐਂਗਲ B ਤੇ ਐਂਗਲ C ਵੀ ਜਿਹੜੇ ਹੈਗੇ ਨੇ ਇਹ ਵੀ ਐਂਗਲਸ ਐਡਜਸਟੈਂਟ ਨੇ ਤੇ ਐਡਜਸਟੈਂਟ ਐਂਗਲਸ ਦਾ ਲਾਗਵੇਂ ਕੋਣਾਂ ਦਾ ਜਿਹੜੀ ਇੱਕ ਭੁਜਾ ਹੈ ਉਹ ਕੀ ਹੁੰਦੀ ਹੈ ਜੀ ਲਾਗਵੇਂ ਕੋਣਾਂ ਦਾ ਜਿਹੜਾ ਸਮ ਹੈਗਾ ਹੈ ਉਹ 180 ਡਿਗਰੀ ਹੈ। ਸੋ ਇਹ ਪੁਆਇੰਟਸ ਹੀ ਅਸੀਂ ਯਾਦ ਰੱਖਣੇ ਨੇ। ਜੇ ਅਸੀਂ ਫਸਟ ਕੁਐਸਚਨ ਕਰਨਾ ਤਾਂ ਸਾਨੂੰ ਪ੍ਰੋਪਰਟੀਜ਼ ਜਿਹੜੀਆਂ ਉਹ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਅਪੋਜ਼ਿਟ ਸਾਈਡਸ ਇਕੁਅਲ ਹੁੰਦੀਆਂ ਨੇ, ਅਪੋਜ਼ਿਟ ਸਾਈਡਸ ਪੈਰਲਲ, ਅਪੋਜ਼ਿਟ ਸਾਈਡਸ ਇਕੁਅਲ, ਸਨਮੁਖ ਭੁਜਾਵਾਂ ਜਿਹੜੀਆਂ ਬਰਾਬਰ ਸਮਾਨਾਂਤਰ ਹੁੰਦੀਆਂ ਨੇ, ਅਪੋਜ਼ਿਟ ਐਂਗਲਸ ਜਿਹੜੇ ਹੈਗੇ ਆ ਉਹ ਇਕੁਅਲ ਹੁੰਦੇ ਨੇ, ਡਾਇਗਨਲ ਬਾਈਸੈਕਟ ਕਰਦੇ ਨੇ ਇੱਕ ਦੂਸਰੇ ਨੂੰ। ਤੇ ਫਿਫਥ ਹੈਗਾ ਜੀ ਜਿਹੜਾ ਐਡਜਸਟੈਂਟ ਐਂਗਲਸ ਨੇ ਉਹ ਕੀ ਹੈਗੇ ਸਪਲੀਮੈਂਟਰੀ ਹੈ। ਲਾਗਵੇਂ ਕੋਣ ਜਿਹੜੇ ਹੈਗੇ ਆ, ਅਸੀਂ ਲਾਗਵੇਂ ਕੋਣ ਇੱਥੇ ਡਿਸਕਸ ਕਰ ਲਏ ਆ ਸਾਰੇ। ਤਾਂ ਲਾਗਵੇਂ ਕੋਣਾਂ ਦਾ ਜਿਹੜਾ ਸਮ ਹੈ ਜੋੜ ਹੈ ਉਹ 180 ਡਿਗਰੀ ਹੁੰਦਾ ਹੈ। ਤਾਂ ਇਸ ਪ੍ਰੋਪਰਟੀਜ਼ ਤੋਂ ਬਾਅਦ ਹੀ ਅਸੀਂ ਜਿਹੜਾ ਫਸਟ ਕੁਐਸਚਨ ਹੈ ਉਹ ਕਰ ਸਕਦੇ ਹਾਂ। ਤਾਂ ਫਸਟ ਜਿਹੜਾ ਕੁਐਸਚਨਸ ਦਾ ਫਸਟ ਪਾਰਟ ਅਸੀਂ ਦੇਖ ਰਹੇ ਹਾਂ, ਸਾਡੇ ਕੋਲ AD ਹੈ। AD ਇੱਕ ਉਸ ਦੀ ਸਾਈਡ ਦਿੱਤੀ ਹੈ, ਭੁਜਾ ਦਿੱਤੀ ਹੈ। ਤਾਂ ਹੁਣ ਅਸੀਂ ਦੇਖਣਾ ਕਿ AD ਦੇ ਇਕੁਅਲ। ਤਾਂ ਹੁਣੇ ਅਸੀਂ ਸਮਾਂਤਰ ਚਤੁਰਭੁਜ ਦੀ ਪ੍ਰੋਪਰਟੀ ਜਿਹੜੀ ਹੈ ਉਹ ਦੇਖੀ ਹੈ ਕਿ ਸਨਮੁਖ ਭੁਜਾਵਾਂ, ਹੁਣ AD ਦੇ ਸਨਮੁਖ ਭੁਜਾ ਬਣ ਰਹੀ ਹੈ BC ਆ B ਪੁਆਇੰਟ ਹੈ। ਤਾਂ ਇੱਥੇ ਸਾਡੇ ਫਸਟ ਦਾ ਆਨਸਰ ਆਏਗਾ BC। ਅਪੋਜ਼ਿਟ ਸਾਈਡਸ ਜਿਹੜੀਆਂ ਇਕੁਅਲ ਹੁੰਦੀਆਂ ਨੇ ਤਾਂ AD ਦੇ ਜਿਹੜੀ ਸਨਮੁਖ ਭੁਜਾ ਹੈ ਉਹ BC ਹੈ। ਸੈਕਿੰਡ ਜਿਹੜਾ ਹੈਗਾ ਐਂਗਲ DCB, ਇੱਥੋਂ ਅਸੀਂ ਸਟਾਰਟ ਕਰਦੇ ਐਂਗਲ ਪੜ੍ਹਨਾ ਤੇ DC ਦੀ ਗੱਲ ਹੋ ਰਹੀ ਹੈ। ਅਪੋਜ਼ਿਟ ਐਂਗਲਸ ਜਿਹੜੇ ਅਸੀਂ ਹੈ ਸਨਮੁਖ ਜਿਹੜੇ ਕੋਣ ਹੈ ਉਹ ਬਰਾਬਰ ਹੁੰਦੇ ਤੇ C ਦੇ ਸਨਮੁਖ ਜਿਹੜਾ ਕੋਣ ਬਣਦਾ ਪਿਆ ਉਹ ਬਣਦਾ ਪਿਆ ਹੈ A। ਤਾਂ ਇੱਥੇ ਅਸੀਂ ਲਿਖਾਂਗੇ DC, ਉੱਥੋਂ ਪੜ੍ਹਨਾ ਸਟਾਰਟ ਕਰਾਂਗੇ D ਤੋਂ DCB DAB। A ਜਿਹੜਾ ਹੈ ਉਹਦੇ ਸਨਮੁਖ ਕੋਣ ਹੈ। ਥਰਡ ਸਾਡੇ ਕੋਲ ਹੈ ਜੀ OC ਵਿਕਰਨ ਵਿਕਰਨਾਂ ਜਿਹੜੀਆਂ ਉਹ ਕੀ ਕਰਦੀਆਂ ਨੇ, ਹੁਣੇ ਅਸੀਂ ਕੀਤਾ ਕਿ ਵਿਕਰਨਾਂ ਜਿਹੜੀਆਂ ਉਹ ਬਾਈਸੈਕਟ ਕਰਦੀਆਂ ਨੇ, ਸਮ ਦੋ ਭਾਜਿਤ ਕਰਦੀਆਂ ਨੇ। ਤਾਂ ਸਾਡੇ ਕੋਲੇ OC ਦੇ ਇਕੁਅਲ ਦੱਸਿਆ ਜਿਸ ਪੁਆਇੰਟ 'ਤੇ ਉਹ ਮੀਟ ਕਰਦੇ ਨੇ ਵਿਕਰਨਾਂ
बराबर भागां विच वंडियां जांदियां हन तां OC दे इक्वल बनेगी OA। OA आएगा इत्थे। उस ते बाद है मेजर, M दा मतलब मेजर ऑफ एंगल, मेजरमेंट ऑफ एंगल DAB, जिहड़ा माप है कोण एंगल दा DAB दा प्लस एंगल CDA दा माप है जिहड़ा वो किन्ना बनेगा। एंगल A आ वाली है सेंटर वाली असीं देखनी हुंदी है ते उस दी लाग भी है जी डी दी गल कीता सेंटर वाला देखिया जावे तां हुण दो एंगलां दी गल कीती है, दोवें लागवे जिहड़े कोण हैगे ने तां इन्हां दा सम है हुणे डिस्कस कीता है कि लागवे कोणां दा जिहड़ा जोड़ हुंदा है वो हुंदा है 180 डिग्री। तां असीं इत्थे लिख दांगे 180 डिग्री। सो बड़े आसानी नाल असीं इस सम नूं कर सकदे हां, बस उसकी प्रॉपर्टीज़ जरूर याद कर लैनी है। सैकेंड इसका क्वेश्चन देखते हैं। सैकेंड का जो फस्ट पार्ट है वो हैगा है साढ़े को एक समांतर चतुर्भुज दिता होया है। तो तुसी हुणे प्रॉपर्टीज़ जिवें आपां डिस्कस कीतियां है कि लागवे जिहड़े कोण हुंदे ने वो इक्वल हुंदे ने, तो असीं इत्थे या तो डायरैक्ट 100 तो y फाइंड कर सकते हैं या 100 ते z जिहड़ा z है कोण वो लै सकते हैं, वो साडी मर्जी है। तो असीं सब तो पहला लैने 100 प्लस जिहड़ा z आपां नूं दिता होया। हुण लागवे कोणां दा जिहड़ा सम हुंदा है हुणे असीं कीता है वो किन्ना हुंदा है 180 डिग्री। असीं इत्थे लिख सकते हैं कि समांतर चतुर्भुज दे लागवे कोणां दा जोड़ 180 डिग्री हुंदा है। समांतर चतुर्भुज दे लागवे कोणां दा जोड़ जोड़ 180 डिग्री हुंदा है। ये इसका कारण असीं लिख सकते हैं। तो साडे कोल की आ जांदा है जी Z एक साइड ते तो 180 डिग्री माइनस असीं 100 कर दिए तो साडे कोले आउंदा है Z इक्वल टू 80 डिग्री। Z या G इसनूं जिवें कह दिता जांदा है, तो Z जिहड़ा साडे कोले जिहड़ा है वो 80 डिग्री जिहड़ा वो आ रहा है। हुण असीं अगे फाइंड करना है y, तो असीं या तो लिख सकते हाँ जिवें कि असीं प्रॉपर्टी हुणे पढ़ी है कि सन्मुख कोण बराबर हुंदे ने समांतर चतुर्भुज दे जिहड़े सन्मुख कोण ने अपोजिट एंगल्स जिहड़े हुंदे ने इक्वल हुंदे ने। तो असीं उस प्रॉपर्टी नूं लैके इत्थे लिखांगे एंगल B इक्वल टू एंगल Y, या सीधा y लिख सकते हैं एंगल B इक्वल टू एंगल y। क्यों एंगल B जिहड़ा y दे इक्वल है, पहले पॉइंट असीं लिख लैंदे कि इक्वल है। क्यों इक्वल है? समांतर चतुर्भुज दे सन्मुख जिहड़े कोण हुंदे ने वो बराबर हुंदे ने। समांतर चतुर्भुज दे समांतर चतुर्भुज दे सन्मुख कोण मुख कोण बराबर हुंदे हन। तो जे कोण बराबर हुंदे हन तो साडा जिहड़ा नैक्सट पॉइंट च असीं लिख सकते हैं
कि कोण y ਜਿਹੜਾ एंगल y है इक्वल टू कितना आ जाता है 100 ਦੇ इक्वल, क्योंकि ਜਿਹੜਾ b है वो ਸਾਡੇ ਕੋਲੇ 100 है। तो इस तरह ਅਸੀਂ ਜਿਹੜਾ ਇਹ ਸਮ ਵੀ ਕੱਢ ਲਿਆ है। बस सानू प्रॉपर्टीज़ है ਜਿਹੜੀਆਂ ਉਹ ਜ਼ਰੂਰ याद ਹੋਣੀਆਂ ਚਾਹੀਦੀਆਂ कि सन्मुख कोण है ਜਿਹੜੇ ਉਹਨਾਂ ਦਾ ਸਮ ਜਿਹੜਾ ਹੈਗਾ है सॉरी सन्मुख कोण ਜਿਹੜੇ ਹੈਗੇ ਆ ਉਹ ਇਕੁਅਲ ਹੁੰਦੇ ਨੇ ਤੇ ਜਿਹੜੇ ਲਾਗਵੇ ਕੋਣ ਹੁੰਦੇ ਉਹਨਾਂ ਦਾ ਸਮ ਜਿਹੜਾ ਹੁੰਦਾ ਹੈ ਉਹ 180 ਹੁੰਦਾ ਹੈ। ਸੈਕਿੰਡ ਅਸੀਂ ਇਸ ਦਾ ਕੁਐਸਚਨ ਦੇਖਦੇ ਹਾਂ। ਤਾਂ ਕੁਐਸਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਾਂ ਤਾਂ ਅਸੀਂ ਲਾਗਵੇਂ ਕੋਣਾਂ ਦਾ ਕੋਈ ਵੀ ਇੱਕ ਸਾਈਡ ਲੈ ਸਕਦੇ, ਜਿਵੇਂ 50 ਦੇ ਨਾਲ ਜਾਂ ਤਾਂ ਅਸੀਂ x ਨੂੰ ਲੈ ਲੈਣਾ ਜਾਂ ਅਸੀਂ y ਨੂੰ ਲੈ ਲੈਣਾ। ਤਾਂ ਅਸੀਂ ਸੈਕਿੰਡ ਇੱਥੇ ਪਾਰਟ ਕਰਨ ਲੱਗੇ ਹਾਂ। ਤਾਂ ਅਸੀਂ ਇੱਥੇ ਲਿਖਦੇ ਹਾਂ 50 ਦੇ ਨਾਲ 50 ਡਿਗਰੀ ਪਲੱਸ ਕੋਈ ਵੀ ਇੱਕ ਸਾਈਡ ਲੈ ਲੈਣੀ, ਅਸੀਂ ਕੋਈ ਵੀ ਇੱਕ ਕੋਣ ਲੈ ਲੈਣਾ, ਚਾਹੇ x ਲੈ ਲਓ ਕਿਉਂਕਿ y ਵੀ ਉਸ ਦਾ ਲਾਗਵਾ ਕੋਣ ਬਣ ਰਿਹਾ ਤੇ x ਵੀ। ਤਾਂ ਅਸੀਂ ਜਾਣਦੇ ਹਾਂ ਕਿ ਸਮਾਂਤਰ ਚਤੁਰਭੁਜ ਦੇ ਜਿਹੜੇ ਲਾਗਵੇ ਕੋਣ ਹੁੰਦੇ ਆ ਉਹਨਾਂ ਦਾ ਜਿਹੜਾ ਸਮ ਹੁੰਦਾ ਉਹ 180 ਡਿਗਰੀ ਹੁੰਦਾ। क्यों ਹੁੰਦਾ क्योंकि समांतर चतुर्भुज ਦੇ ਲਾਗਵੇ ਕੋਣਾਂ ਦਾ ਜੋੜ ਜਿਹੜਾ ਕਾਰਨ ਅਸੀਂ ਜ਼ਰੂਰ ਇੱਥੇ ਲਿਖ ਲੈਣਾ। ਤਾਂ ਸਾਡੇ ਕੋਲੇ ਆ ਜਾਏਗਾ x = 180 ਡਿਗਰੀ -50 then x = 130 ਡਿਗਰੀ। ਤਾਂ ਸਾਡੇ ਕੋਲੇ ਜੇ ਪਿਕਚਰ ਦੇ ਵਿੱਚ ਦੇਖੀਏ ਡਾਇਗਰਾਮ ਦੇ ਅਕੋਰਡਿੰਗ ਤਾਂ x ਹੈ ਜਿਹੜਾ ਉਹ ਸਾਡੇ ਕੋਲੇ 130 ਡਿਗਰੀ ਆ ਗਿਆ ਹੈ। ਜਦੋਂ x 130 ਡਿਗਰੀ ਆ ਜਾਂਦਾ ਹੈ ਤਾਂ ਜਿਹੜਾ ਉਸ ਦਾ y ਕੋਣ ਹੈ ਉਹ ਬਿਲਕੁਲ ਸਨਮੁਖ ਕੋਣ ਹੈ ਤੇ ਸਨਮੁਖ ਕੋਣ ਜਿਹੜੇ ਹੁੰਦੇ ਨੇ ਉਹ ਇਕੁਅਲ ਹੁੰਦੇ ਨੇ। ਤਾਂ ਅਸੀਂ ਇੱਥੇ ਲਿਖਾਂਗੇ ਐਂਗਲ x ਹੈ ਜਿਹੜਾ ਇਕੁਅਲ ਟੂ ਐਂਗਲ y। ਉਸ ਦਾ ਰੀਜ਼ਨ ਵੀ ਅਸੀਂ ਲਿਖ ਦੇਣਾ ਹੈ ਕਿ ਕੀ ਰੀਜ਼ਨ ਹੈ। ਸਮਾਂਤਰ ਚਤੁਰਭੁਜ ਦੇ ਜਿਹੜੇ ਸਨਮੁਖ ਕੋਣ ਆ ਬਿਲਕੁਲ ਸੇਮ ਰੀਜ਼ਨ ਅਸੀਂ ਇਹਦੇ ਵਿੱਚ ਦੇ ਦੇਣਾ ਹੈ, ਬਰਾਬਰ ਹੁੰਦੇ ਨੇ। ਤੇ ਉਸ ਤੋਂ ਬਾਅਦ ਐਂਗਲ x ਅਸੀਂ ਇੱਥੇ ਫਾਈਂਡ ਕਰ ਲਿਆ, ਫਿਰ ਅਸੀਂ ਇੱਥੇ ਲਿਖ ਦੇਣਾ ਹੈ y ਜਿਹੜਾ ਐਂਗਲ ਹੈਗਾ ਉਹ ਕਿੰਨਾ ਹੈ ਜੀ, y = 130 ਡਿਗਰੀ। ਤਾਂ ਇਸ ਤਰ੍ਹਾਂ ਜੇ ਅਸੀਂ ਪ੍ਰੋਪਰਟੀਜ਼ ਨੂੰ ਇੱਕ ਵਾਰ ਦੇਖ ਲਾਂਗੇ ਤਾਂ ਅਸੀਂ ਸਾਰੇ ਸਮ ਜਿਹੜੇ ਆ ਬੜੀ ਆਸਾਨੀ ਨਾਲ ਕਰ ਪਾਵਾਂਗੇ। ਥੈਂਕ ਯੂ।